अस्सलाम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਤੇ ਕਿਸਾਨ ਦੋਸਤੋ, ਅੱਲਾਹ ਪਾਕ ਦਾ ਸ਼ੁਕਰ ਹੈ ਸਾਡੇ ਇਲਾਕੇ 'ਚ ਵੀ ਕਟਾਈਆਂ ਜਿਹੜੀਆਂ ਨੇ ਸ਼ੁਰੂ ਹੋ ਗਈਆਂ ਨੇ। ਤੇ ਬੈਕ ਸਾਈਡ ਤੇ ਮੈਸੀ 240 ਦਾ ਰੈਪਰ ਲੱਗਿਆ ਹੋਇਆ ਹੈ। ਉਹਦੇ ਮਾਲਕ ਨਾਲ ਗੱਲਬਾਤ ਕਰਨੀ ਹੈ ਕਿ ਟਰੈਕਟਰ ਦਾ ਖਰਚਾ ਕਿੰਨਾ ਆਉਂਦਾ ਪਿਆ ਤੇ ਕਿਰਾਇਆ ਕਿੰਨਾ ਹੈ, ਤੇ ਫਿਰ ਇਸ ਦੀ ਪਰਫਾਰਮੈਂਸ ਤੁਹਾਨੂੰ ਵਿਖਾਵਾਂਗੇ। ਤੇ ਆਓ ਚਲੀਏ ਟਰੈਕਟਰ ਮਾਲਕ ਜੀ। ਵਾਲੇਕੁਮ ਸਲਾਮ ਭਾਈਜਾਨ ਕੀ ਹਾਲ ਹੈ? ठीक ठाक जी। ਵੀ ਠੀਕ ਹੈ। ਅੱਛਾ ਮੈਨੂੰ ਦੱਸੋ ਵੀ ਟਰੈਕਟਰ ਆਪਣਾ ਕਿਹੜਾ ਮਾਡਲ ਹੈ ਤੇ ਅੱਗੇ ਲੱਗਿਆ ਹੋਇਆ ਰੈਪਰ ਹੈ, ਇਹ ਨਵਾਂ ਲਿਆ ਹੈ ਜਾਂ ਪਿਛਲੇ ਸਾਲ ਵਾਲਾ ਹੈ? ਇਹ ਜੀ ਦੂਸਰੇ ਸਾਲ ਹੈ ਜਾਗਾ। ਦੂਜੇ ਸਾਲ ਜਾਂਦਾ ਪਿਆ ਹੈ। ਹਾਂਜੀ। ਤੇ ਕੀ ਪੋਜੀਸ਼ਨ ਰਹੀ ਹੈ ਪਿਛਲੇ ਸਾਲ? ਪਿਛਲੇ ਸਾਲ ਜੀ ਅਸੀਂ ਥੋੜਾ ਜਿਹਾ ਲੇਟ ਲਿਆਂਦਾ ਸੀ ਤਾਂ ਵੀ ਕੰਮ ਠੀਕ ਰਹਿ ਗਿਆ ਸੀ। ਕਿੰਨੇ ਕਿੱਲੇ ਕਟਾਈ ਕੀਤੀ ਸੀ? 80 ਕਿੱਲਾ ਜੀ। 80 ਕਿੱਲਾ। ਹਾਂਜੀ। ਤੇ ਰੇਟ ਕੀ ਲਿਆ ਸੀ ਪਿਛਲੇ ਸਾਲ? ਪਿਛਲੇ ਸਾਲ ਲਿਆ ਸੀ ਜੀ 3500 4000। 3500 ਤੋਂ 4000 ਰੁਪਈਆ। ਹਾਂਜੀ। ਤੇ ਇਹ ਸਾਲ ਹੁਣ ਕਿੰਨੀ ਕੁ ਕਟਾਈ ਕਰ ਲਈ ਹੈ? ਇਸ ਸਾਲ ਜੀ 10 ਕਿੱਲੇ ਹੋ ਗਈ ਹੈ ਜੀ। 10 ਕਿੱਲੇ ਹੋ ਗਈ ਹੈ। ਹਾਂਜੀ। ਤੇ ਅੱਜ ਕਿੰਨੇ ਕਿੱਲੇ ਕਰਨੀ ਹੈ ਜਿੱਥੇ ਆ ਗਏ ਹੈ? ਅੱਜ ਇੱਥੇ ਹੈਗੀ ਹੈ 6 ਕਿੱਲੇ ਜੀ। 6 ਕਿੱਲੇ। ਹਾਂਜੀ। ਤੇ ਇਹ ਮੈਨੂੰ ਦੱਸੋ ਵੀ ਹੁਣ ਰੇਟ ਦਾ ਕੀ ਚੱਲਦਾ ਪਿਆ, ਕਿਉਂਕਿ ਕਣਕਾਂ ਹਾਲੀ ਗਿੱਲੇ ਵੱਤਰੇ ਚ ਹੈਗੀਆਂ ਨੇ, ਨਾੜ ਸਿੰਨਾ ਹੈ। ਇਹ ਜੀ ਹੁਣ ਕਣਕ ਦਾ ਰੇਟ ਵੀ ਉਹਨਾਂ ਨੇ ਹੈਗਾ ਨਾ, ਤੇ ਬਸ ਉਸ ਹਾਲਾਤ ਦੇ ਮੁਤਾਬਕ 3500 3200 ਜਿੱਥੇ ਕੋਈ ਹਿਸਾਬ ਕਿਤਾਬ ਆ ਜਾਏ ਉੱਥੇ ਕਰ ਲਵੇ। ਅਗਰ ਕਣਕ 10 ਕਿੱਲੇ ਹੋਵੇ ਜਾਂ 20 ਕਿੱਲੇ ਹੋਵੇ ਜ਼ਿਆਦਾ ਹੋਵੇ, ਉੱਥੇ ਕੋਈ 100 200 ਘੱਟ ਕਰ ਲੈਂਦੇ ਹੋ। ਅਗਰ ਕਿੱਲਾ 2 ਕਿੱਲੇ ਹੈ ਤੇ ਜਾਣਾ ਦੂਰ ਹੋਵੇ, ਫਿਰ ਡੀਜ਼ਲ ਦੀ ਮੱਦ ਵਿੱਚ ਪੈਸੇ ਵਾਧੂ ਲੈ ਲੈਂਦੇ ਹੋ। ਮੋੜ 3500 ਰੁਪਏ ਲੱਗਦਾ। ਫਿਰ 3500 ਲੈ ਲੈਂਦੇ ਨੇ। ਤੇ ਕੀ ਖਰਚਾ ਆਪਣੇ 240 ਦਾ? ਇਹਦਾ ਜੀ 3.5 ਲੀਟਰ ਤੋਂ ਲੈ 4 ਲੀਟਰ 3 ਤੋਂ 4 ਲੀਟਰ ਹੋ ਗਿਆ। ਹਾਂਜੀ। ਇਹ ਮਾਡਲ ਕਿਹੜਾ ਦੱਸਿਆ ਜੀ? ਇਹ ਹੈਗਾ ਜੀ 13 ਮਾਡਲ। 13 ਮਾਡਲ ਹੈ। 240। 240 कैसा चलता है? ये हाले तो बिल्कुल ठीक चलता है जी। जेनवन हालत च है? हाँ जी, हाले इंजन नहीं कराया हैगा, पहले टायरां च है, पहले जानमैन बिल्कुल। एक किले ਦਾ ਟਾਈਮ ਕਿੰਨਾ ਲੱਗ ਜਾਂਦਾ ਹੈ? ਇਹ 40 ਤੋਂ 45 ਮਿੰਟ ਲੱਗ ਜਾਂਦਾ। 40-45 ਮਿੰਟ ਠੀਕ ਚੱਲਾ ਰਵੇ ਤਾਂ। ਹਾਂਜੀ। ਇਹ ਸਭ ਤੋਂ ਪਹਿਲੇ ਇਹਦੀਆਂ ਸਾਈਡਾਂ ਆਪ ਕੱਟਣੀਆਂ ਚਾਹੀਦੀਆਂ ਨੇ ਜਾਂ ਤੁਹਾਡਾ ਰੈਪਰ ਹੀ ਕੱਟੇਗਾ? ਨਹੀਂ ਜੀ, ਸਾਡਾ ਕਟੀਆਂ ਵਜਾਉਣ ਨਾ ਤਾਂ ਸਫਾਈ ਠੀਕ ਦੇਵੇਗਾ, ਰਿਜ਼ਲਟ ਬਿਲਕੁਲ ਠੀਕ ਦੇਵੇਗਾ। ਅਗਰ ਸਾਡਾ ਨਾ ਕਟੀਆਂ ਵਜਾਉਣ ਤੇ ਮੁੜੋ ਨੀਵਾ ਉੱਚਾ ਹੋ ਜਾਂਦਾ, ਉਹਦੇ ਨਾਲ ਕੋਈ ਮਸਲਾ ਥੋੜਾ ਜਿਹਾ ਬਤਾ ਬਣ ਜਾਂਦਾ। ਠੀਕ ਹੋ ਗਿਆ। ਚਲੋ ਜੀ, ਲਿਆਓ ਅੱਲਾ ਨੂੰ ਯਾਦ ਕਰਕੇ ਚਲਾਣੇ ਜਨਾਬ। ਤੇ ਕਿਸਾਨ ਦੋਸਤਾਂ ਨੇ ਤੁਹਾਡੇ ਟਰੈਕਟਰ ਦੀ ਜਿਹੜੀ ਹੈ ਨਾ ਪਰਫਾਰਮੈਂਸ ਵਿਖਾਈਏ। ਤੇ ਅੱਛਾ, ਕਣਕਾਂ ਦੇ ਬਾਰੇ ਤੁਸੀਂ ਕਹਿ ਰਹੇ ਹੋ, ਰੇਟ ਦੇ ਬਾਰੇ ਕੀ ਖਿਆਲ ਹੈ ਵੀ ਜਿੰਨਾ ਰੇਟ ਸੁਣਨ ਜਾਂਦੀ ਵੀ ਮੰਡੀ ਦਾ, ਤੇ ਕੀ ਬਣੇਗਾ ਸਾਡਾ ਕਿਸਾਨਾਂ ਦਾ? ਇਹ ਕਿਸਾਨਾਂ ਦਾ ਕੁਝ ਵੀ ਨਹੀਂ ਬਣਨਾ ਹੈਗਾ। ਕੀ ਬਣਨਾ ਹੈ ਜੀ? ਰੇਟ ਬਹੁਤ ਕਮ ਹੈਗਾ ਜੀ। ਰੇਟ ਅੱਛਾ ਹੋਣਾ ਚਾਹੀਦਾ ਹੈ, ਜਿਹੜਾ ਤਕਰੀਬਨ 35 ਤੋਂ 4000 ਹੋਣਾ ਚਾਹੀਦਾ। 40-45 ਮਣ ਕਣਕ ਨਿਕਲਦੀ ਹੈ ਜੀ, ਤੇ ਉਹ ਤਾਂ ਠੇਕਾ ਵੀ ਨਹੀਂ ਪੂਰਾ ਕਰਦੀ, ਖਰਚਾ ਵੀ ਬਸ। ਸਹੀ ਹੈ। ਤੇ ਆਓ ਦੋਸਤੋ, ਹੁਣ ਆਪਣਾ ਤੁਹਾਨੂੰ ਪਰਫਾਰਮੈਂਸ ਵਿਖਾਈਏ। ਤੇ ਕਿਹੜੇ ਗੇਅਰ 'ਚ ਕਟਾਈ ਕਰੇਗਾ? ਇਹ ਜੀ ਹੁਣ ਪਹਿਲੇ ਕਰੇਗਾ ਚੌਥੇ ਲੋਹ ਵਿੱਚ। ਤੇ ਫਿਰ ਜਿਵੇਂ ਰਸਤਾ ਬਣ ਜਾਵੇਗਾ ਤੇ ਫਿਰ ਪਹਿਲਾ ਲਾ ਲੈ ਸੀ? ਹਾਂਜੀ, ਮੁੜ ਪਹਿਲਾ ਜੀ। ਠੀਕ ਹੋ ਗਿਆ। ਆਓ ਜੀ ਹੁਣ ਚੈੱਕ ਕਰੀਏ। ਆ ਪਹਿਲਾ ਫੇਰਾ ਜਾਂਦਾ ਪਿਆ ਜੇ ਵੱਟ ਦੇ ਨਾਲ। ਅਗਰ ਸਾਈਡ ਕੱਟੀ ਹੁੰਦੀ ਤਾਂ ਫਿਰ ਜ਼ਿਆਦਾ ਬਿਹਤਰ ਸੀ, ਲੇਕਿਨ ਮੇਰੇ ਖਿਆਲ ਕੱਟੀ ਪਈ ਹੈ ਸਾਈਡ। ਹਾਂ, ਹੁਣ ਵਧੀਆ ਕੰਮ ਹੋ ਗਿਆ। ਲੇਕਿਨ ਇਹ ਥੋੜਾ ਜਿਹਾ ਟਰੈਕਟਰ ਜਿਹੜਾ ਹੈ ਨਾ ਤੇਜ਼ ਮੇਰੇ ਖਿਆਲ ਚੱਲ ਪਿਆ, ਤੇ ਕਣਕ ਵਾਲੀ ਜਿਹੜੀ ਹੈ ਨਾ ਨਾੜ ਗਿੱਲਾ ਹੈ। ਥੋੜੀ ਡਿੱਗੀ ਹੋਈ ਆਈ ਹੈ ਤਾਂ ਫਸਿਆ। ਅੱਛਾ ਅੱਛਾ। ਆਓ ਜੀ ਹੁਣ ਆਪਾਂ ਅਗਲੇ ਸਾਈਡ ਤੇ ਚੱਲੀਏ। ਇਹਦੇ ਨਾਲ ਇੱਕ ਬੰਦਾ ਜਿਹੜਾ ਹੈ ਨਾ ਦੋਸਤੋ, ਉਹ ਜ਼ਰੂਰੀ ਹੋਣਾ ਚਾਹੀਦਾ ਹੈ। ਹੁਣ ਚੈੱਕ ਕਰੋ, ਆਹ ਸਾਈਡ ਕੱਟੀ ਹੋਈ ਉਹਨਾਂ ਕੱਟ ਕੇ ਥੱਬੇ ਜਿਹੜੇ ਨਾ ਸਾਈਡ ਤੇ ਰੱਖ ਦਿੱਤੇ ਨੇ। ਪਹਿਲਾ ਫੇਰਾ ਜਿਹੜਾ ਹੈ ਕਿਸਾਨ ਵੀਰ ਦਾ, ਉਹ ਥੋੜਾ ਜਿਹਾ ਔਖਾ ਜਾਂਦਾ ਜੇ। ਤੇ ਜਦੋਂ ਪਹਿਲਾ ਫੇਰਾ ਲੱਗ ਗਿਆ ਤੇ ਫਿਰ ਥੋੜੇ ਜਿਹਾ ਉੱਚਾ ਰੱਖੀ ਆਓ ਨਾ। ਫਿਰ ਕਣਕਾਂ ਪੱਕ ਪਈਆਂ ਨੇ, ਲੇਕਿਨ ਜ਼ਮੀਂਦਾਰਾਂ ਦੇ ਚਿਹਰੇ ਤੇ ਖੁਸ਼ੀ ਕੋਈ ਨਹੀਂ ਹੈਗੀ। ਜਿੰਨਾ ਖਾਸ ਕਰਕੇ ਠੇਕਾ ਦੇਣਾ ਹੈ, ਉਹ ਵਿਚਾਰੇ ਤਾਂ ਵਿਹਲੇ ਨੇ। ਉਹਨਾਂ ਦਾ ਕੋਈ ਢੋਰ ਡੱਗਾ ਦੇ ਕੇ ਜਿਹੜੀ ਹੈ ਨਾ ਜਾਨ ਛੁਡਾਉਣੀ ਪਵੇਗੀ।
ਕਿਸਾਨ ਨੂੰ ਸਵਾਦ ਹੈ ਵਾਲੀ ਵੀ ਪਹਿਲਾ ਫੇਰਾ ਜਿਹੜਾ ਹੈ ਸਿੱਧਾ ਹੀ ਰਹੇ। स्टेप बाय स्टेप ਜਿਹੜਾ ਹੈ ਨਾ ਰਸਤਾ ਬਣ ਜਾਵੇਗਾ ਤੇ ਇਨਸ਼ਾਅੱਲਾ ਤਾਲਾ ਕੰਮ ਸਿੱਧਾ ਹੋ ਜੇ ਸੀधा। ਗਿੱਲਾ ਬੱਤਰ ਹੈ ਤੇ ਘਬਰਾਣਾ ਨਹੀਂ, ਘਬਰਾਉਣਾ ਹੈ ਆਪਾਂ ਜਿਸ ਰੇਟ ਲੱਗਣਾ ਹੈ ਤਾਂ। ਦੋਸਤੋ ਮਾਲਕ ਮੌਜੂਦ ਨੇ ਜਨਾਬ ਕਿਸਾਨ ਭਾਈ, ਉਹਨਾਂ ਨਾਲ ਗੱਲ ਕਰਨੇ ਕਣਕ ਦੇ ਬਾਰੇ, ਉਹਨਾਂ ਦਾ ਕੀ ਖਿਆਲ ਹੈ ਕਣਕ ਦੇ ਬਾਰੇ। ਜੀ अस्सलाम वालेकुम भाईजान। जी वालेकुम सलाम। ਕੀ ਨਾਂ ਹੈ ਤੁਹਾਡਾ? अजीज अहमद मेरा नाम है ਅਜ਼ੀਜ਼ ਅਹਿਮਦ, ਮੈਨੂੰ ਇਹ ਦੱਸੋ ਵੀ ਚੰਦ ਸਾਲ ਪਿਛਾਂ ਜਾਈਏ जी ਤੇ ਜਦੋਂ ਕਣਕ ਦੀ ਕਟਾਈਆਂ ਹੁੰਦੀਆਂ ਆਈਆਂ जी ਚਿਹਰਿਆਂ ਤੇ ਰੌਣਕਾਂ ਆ ਜਾਂਦੀਆਂ ਆ ਆਈਆਂ, ਜਾਂਦੀਆਂ। ਤੇ ਮੈਨੂੰ ਅੱਜ ਤੁਹਾਡੇ ਚਿਹਰੇ ਤੇ ਰੌਣਕ ਨਹੀਂ ਨਜ਼ਰ ਪਿਆਉਂਦੀ, ਹਾਲਾਂਕਿ ਤੁਹਾਡੀ ਕਣਕ ਦੀ ਕਟਾਈ ਹੁੰਦੀ ਪਈ ਹੈ। ਉਹ ਰੌਣਕ ਕਿਵੇਂ ਆਵੇ? ਪਿਛਲੇ ਸਾਲ ਅਸਾਂ 4,3800 ਨੂੰ ਵੇਚੀ ਸੀ ਕਣਕ ਤੇ ਯੂਰੀਆ ਖਾਦ ਲਈ ਸੀ 25 ਤੋਂ ਲੈ ਤੇ 27-2800 ਤੋੜੀ। ਅੱਛਾ, ਜਦੋਂ 2022-23 ਵਿੱਚ ਵਿਕੀ ਹੈ। ਹਾਂਜੀ ਹਾਂਜੀ, ਅੱਛਾ ਉਦੋਂ ਬੱਚਤ ਹੈਗੀ ਸੀ। ਠੀਕ ਹੈ। ਜਿਹੜਾ ਪਿਛਲਾ ਸਾਲ ਗੁਜ਼ਰਿਆ ਹੈ ਹੂੰ ਉਹ ਦੋ ਤੇ ਐਵੇਂ ਨਾਕੂ ਲੱਗਿਆ ਅੱਛਾ ਤੇ ਆਖਿਆ ਵੀ ਚਲੋ ਅਗਲਾ ਸਾਲ ਅੱਲਾ ਸਹੀ ਕਰੇਗਾ। ਜੀ ਜੀ ਐਸੇ ਦੀ ਹੁਣ 4500 ਨੂੰ ਯੂਰੀਆ ਪਾਈ, 3 ਬੋਰੀਆਂ ਯੂਰੀਆ ਹੈ, 12 ਤੋਂ ਲੈ ਤੇ 13 ਥੋੜੀ ਡੀਆਪੀ ਲਈ ਹੈ, ਬੋਰੀ ਉਹ ਹੈ। ਸਹੀ ਮੋੜ ਨਾ ਠੇਕੇ ਦੇ ਪਾਣੀ ਲਏ ਨੂੰ ਮੁੱਲ ਦੇ, ਹੋਰ ਟਰੈਕਟਰਾਂ ਦੀਆਂ ਵਾਹਾਂ ਕੀਤੀਆਂ ਨੇ, ਉਹ ਸਾਰੋ ਖਰਚਾ ਜੋੜੀਏ ਤਾਂ 70 ਤੋਂ 80 ਹਜ਼ਾਰ ਖਰਚਾ ਕਿੱਲੇ ਦਾ ਖਰਚਾ ਆਉਂਦਾ ਹੈ। ਕਿੱਲਾ ਖਰਚਾ ਆਉਂਦਾ ਹੈ। ਸਹੀ। ਤੇ ਇਹ ਜੇ ਸਾਡੇ ਕੋਲ 2 ਲੱਖ ਹੈ ਸਾਲ ਦਾ ਠੇਕਾ, ਲਾਮੇ ਤਾਂ 3 ਵੀ ਹੈ। ਅੱਛਾ ਤੇ ਜੇ ਤੂੰ ਛਮਾਈ ਦਾ 6 ਮਹੀਨਿਆਂ ਦੀ ਕਣਕ ਦਾ ਲੱਖ ਪਾਈਏ ਉਹ ਤੇ 1,80,000 ਖਰਚਾ ਹੈ। 1,80,000 ਟੋਟਲ ਆਪਣਾ ਖਰਚਾ ਆ ਗਿਆ ਤੁਹਾਡਾ। ਹਾਂਜੀ, ਤੇ ਕਿੱਲੇ ਤੇ ਕਣਕ ਦੇ ਰੇਟ ਦੇ ਬਾਰੇ ਕੀ ਦੋਨੋਂ ਤੇ ਅਫਵਾਹ ਸੁਣੀਂਦੀ ਪਈ ਹੈ? ਕਣਕ ਦੇ ਇਹੋ ਵੀ 2021 2200 ਇੱਥੇ ਸੁਣੀਂਦਾ ਪਿਆ। ਅੱਛਾ ਤੇ ਪਿਛਲੇ ਸਾਲਾਂ ਦੇ ਮਾਰੇ ਹੋਈ ਡਕਾਈ ਅਗਲੇ ਸਾਲ ਕੋਈ ਵੱਲ ਹੋ ਜਾਸੀ ਮਾਰਪੇਟ ਦੇ ਕੀਤੀ ਜੇ ਇਹ ਸਾਲ ਉਦੋਂ ਵੀ ਗਈ ਤੇ ਅਗਾ ਕਰਨੀ ਕਹੇ। ਅਜ਼ੀਜ਼ ਭਾਈ, ਇਹ ਹੁਣ ਇੱਕ ਅਗਰ 2000 ਜਾਂ 2100 ਰੇਟ ਹੈਗਾ ਹੈ, ਹਾਂਜੀ। ਇਹ ਕਿਤਾ ਕੋ ਝਾੜ ਕਣਕ ਦੇ ਜਾਵੇਗੀ? ਵੱਧ ਤੋਂ ਵੱਧ 40 ਤੋਂ 45 ਮਨ ਹੋ ਜਾਸੀ। 40-45 ਮਣ ਹੋ ਜਾਸੀ। ਹਾਂਜੀ। ਅਗਰ 40 ਮਣ ਹੁੰਦੀ ਹੈ ਤੇ ਹੋ ਜਾਸੀ ਕੋਈ 80-85 ਹਜ਼ਾਰ ਦੀ, ਬਾਅਦ ਹੀ ਜੋ ਕੁਛ ਹੋਵੇ ਤੇ ਲੱਖ ਰੁਪਈਆ ਤੇ ਫਿਰ ਆਪਾਂ ਨੂੰ ਡੁੱਬ ਬਿਲਕੁਲ ਗਿਆ। ਪੱਲੋਂ ਦੇਣਾ ਪੈਸੀ। ਤੇ ਇਹ ਹੁਣ ਲੱਖ ਕਿਵੇਂ ਪੂਰਾ ਕਰੋਗੇ? ਥੋੜੇ ਅੱਲਾ ਹੀ ਵਾਦਾ ਸੇ ਲੱਖ ਕਿਵੇਂ ਹੋਣਾ ਹੈਗਾ ਦਾ ਵੀ ਕੋਈ ਮਾਲ ਮਵੇਸ਼ੀ ਵੇਚ ਤੇ ਮਾਲਕਾਂ ਦਾ ਲੈਣਾ ਹੀ ਹੈ ਕਿ ਨਾ ਠੇਕੇ ਤੇ ਦਿੱਤੀ ਹੋਈ। ਸਹੀ। ਹਾਂ, ਉਹਨਾਂ ਦਾ ਲੈਣਾ ਹੀ ਹੈ। ਮੁਰਗਾ ਵਾਲਾ ਮਾਲ ਵੇਚਿਆ ਜਾਂ ਕਿਸੇ ਨਾਲ ਛੋੜ ਯੋਗ ਨੌਕਰੀ ਦੇ ਯੋਗ ਕਰੀਏ ਤਾਂ ਹੀ ਇਹ ਲੈਣਾ ਹੈ। ਤਾਂ ਹੀ ਲਵੇਗਾ। ਹਾਂਜੀ। ਤੇ ਇਹਦਾ ਮਤਲਬ ਵੀ ਹੁਣ ਅਗਲੇ ਸਾਲ ਜਿਹੜੀ ਅਗਲੀ ਫਸਲ ਆਪਾਂ ਹੁਣ ਲਾਉਣੀ ਹੈਗੀ ਮੁੰਜੀ ਦੀ, ਉਹ ਤਾਂ ਫਿਰ ਔਖੀ ਹੋ ਜਾਸੀ। ਔਖੀ ਕਿਆ ਲੱਗਣੀ ਮੁਸ਼ਕਲ ਹੋਈ ਖੜੀ, ਲੱਗਣੀ ਹੀ ਮੁਸ਼ਕਲ ਹੋਈ ਖੜੀ ਹੈ। ਲੱਗਣੀ ਕੋਈ ਸ਼ੈ ਹੋਈ ਤਾਂ ਲਾਸ ਹੈ। ਸਹੀ। ਹਾਂ, ਤੇ ਇਹਦਾ ਮਤਲਬ ਹੈ ਆਪਾਂ ਨੂੰ ਬੜਾ ਘਾਟਾ ਹੈ ਜ਼ਿਮੀਂਦਾਰਾਂ ਨੂੰ। ਚੋਖਾ ਜ਼ਿਮੀਦਾਰ ਚੋਖਾ ਤੰਗ ਹੋ। ਇਹ ਘੱਟ ਤੋਂ ਘੱਟ ਕਿੰਨਾ ਰੇਟ ਹੋਣਾ ਚਾਹੀਦਾ ਹੈ? ਘੱਟ ਤੋਂ ਘੱਟ 4 ਤਾਂ ਹੋਣਾ ਚਾਹੀਦਾ ਜੀ, ਘੱਟ ਤੋਂ ਘੱਟ ਵੀ ਹੁੰਦਾ ਤਾਂ। ਤੇ ਜੇ 2000 ਦੇ ਲਿਆਂਦੇ ਤੇ ਖਾਦ ਆ ਜਾਂਦੀ ਕੋਈ 500-600 ਤੇ ਬੋਰੀ, ਸਹੀ। ਤੇ ਮੁੜ ਵੀ ਆ ਜਾਂ ਮੁਸਤਾਦੀ ਥੱਲੇ ਆ ਜਾਂਦੀ ਤੇ ਮੁੜ ਵੀ ਆ ਗਿਆ। ਮਤਲਬ ਵੀ ਖਰਚੇ ਘੱਟ ਹੁੰਦੇ ਤੇ ਫਿਰ ਰੋੜਾ ਕੋਈ ਨਹੀਂ ਆ। ਰੋੜਾ ਕੋਈ ਨਹੀਂ ਆ। ਤੇ ਖਰਚੇ ਹੋ ਗਏ ਡਬਲ। ਜਦੋਂ 400 ਨੂੰ ਕਣਕ ਵੇਚੀ ਸੀ ਉਦੋਂ 50 ਰੁਪਏ ਡੀਆ ਯੂਰੀਆ ਲਿਆਂਦੀ ਸੀ। ਸਹੀ। ਉਦੋਂ ਵੀ ਸਾਨੂੰ ਘਾਟਾ ਕੋਈ ਨਹੀਂ ਆਏਗਾ ਸੀ। ਸਹੀ। ਤੇ ਹੁਣ 2-3 ਮਨ ਦੇਈਏ ਦੇਖ ਯੂਰੀਆ ਢੀਂਦੀ ਤੇ ਅਗਾ ਖਰਚੇ ਵੱਧ ਗਏ। ਖਰਚੇ ਵੱਧ ਗਏ ਨੇ। ਹਾਂਜੀ। ਵਾਲੀ ਵਾਰਸ ਜ਼ਮੀਂਦਾਰਾਂ ਦਾ ਕੋਈ ਨਹੀਂ ਹੈਗਾ। ਰੱਬ ਤੋਂ ਸਿਵਾ ਨਾ
ਮਾਲੀ ਬਾਤ ਜ਼ਿਮੀਦਾਰ ਦਾ ਕੋਈ ਨਹੀਂ ਬਣਦਾ। ਤੇ ਮੇਰਾ ਖਿਆਲ ਹੈ ਵੀ ਹੁਣ ਅਗਲੇ ਸਾਲ ਜਿਹੜੀ ਹੈ ਇਹ ਤੋਬਾ ਵਾਲੀ ਗੱਲ ਹੈ ਜੋ ਨਜ਼ਰ ਤੋਬਾ ਦੀ ਮੈਨੂੰ ਗੱਲ ਆਉਂਦਾ ਹੈ ਵੀ ਪਿਆ। ਪਿਛਲੇ ਸਾਲ ਦਾ ਮਰੀਜ਼ ਹੋਇਆ ਕਿ ਅਗਲੇ ਸਾਲ ਵੱਲ ਹੋ ਜਾਸਾ। ਪਿਛਲੇ ਸਾਲ 25 ਤੋਂ 26 27 28 ਤੋੜੀ ਵੀ ਵਿਕੀ ਹਾਂ ਤੇ ਇਸੇ ਦੀ ਸੁਣਦੇ 21 2200 ਪਏ 2100 2200 2000 1900 ਵੀ ਅਗਰ ਕੋਈ 72 ਵਾਲੀ ਹੁੰਦੀ ਤਾਂ 1900 ਵੀ ਇਹ 1900 ਮੰਡੀ ਵਿਕੀ ਵੀ ਹੈ। ਤੇ ਬਸ ਹੁਣ ਤੁਹਾਡਾ ਕੀ ਪੈਗਾਮ ਹੈ, ਕੀ ਹਕੂਮਤ ਨੂੰ ਸਾਡਾ ਇਹੋ ਰਿਕੁਐਸਟ ਪੈਗਾਮ ਹੈ ਕਰਦੇ ਹੋ? ਹਕੂਮਤ ਆਪ ਹੀ ਵੇਖਤੇ ਤੇ ਵੀ ਸੋਚੇ ਵੀ ਇਹਨਾਂ ਜ਼ਿਮੀਦਾਰਾਂ ਦਾ ਹੋਰ ਕਰਨਾ ਕੀ ਹੈ, ਹੋਰ ਕਰਨਾ ਕੀ ਹੈ? ਹੋਰ ਕਰਨਾ ਕੀ ਜਾਂ ਤਾਂ ਫਿਰ ਡੀਜ਼ਲ ਖਾਦਾਂ ਸਪਰੇ ਸਸਤੇ ਕਰੇ। ਥੱਲੇ ਲੈ ਆਵੇ ਖਾਂ ਜਿਹੜੀ ਮਸਲਾ 4000 ਨੂੰ ਬੋਰੀ ਉਹ ਆ ਜਾਵੇ 5-600 ਤੇ ਜ਼ਿਮੀਦਾਰ ਮੋੜੂ ਵੀ ਖੁਸ਼ਹਾਲ ਹੋ ਜਾਸੀ। ਰੇਟ ਭਾਵੇਂ ਇਹੋ ਹੀ ਰਿਹਾ। ਹਾਂ ਮਤਲਬ ਵੀ ਖਰਚੇ ਜਿਹੜਾ ਜ਼ਿਆਦਾ 300 ਨੇ, ਲੀਟਰ ਹੋਇਆ ਇਨਕਮ ਥੋੜੀ ਹੈ। ਲੀਟਰ 300 ਨੂੰ ਹੋਇਆ ਖਾਏ ਇਹ ਆ ਜਾਵੇ 50 60 70 80 ਦਾ ਲੀਟਰ ਹੈ ਤਾਂ ਵੀ ਜ਼ਿਮੀਦਾਰ ਹੋ ਜਾਸੀ ਵੱਲ ਹੋ ਜਾਂਦੀ। ਬਾਕੀ ਇਸ ਕਣਕ ਤੋਂ ਆਪਾਂ ਵੱਲ ਹੁਣ ਕੋਈ ਨਹੀਂ ਹੋਣਾ। ਕੋਈ ਨਹੀਂ ਉਮੀਦ ਹੀ ਕੋ ਵੱਲ ਗਿਆ ਪੱਲੋਂ ਲੱਖ ਰੁਪਈਆ ਦੇਣਾ ਉਹ ਪੱਲੋਂ ਦੇਣਾ ਤੇ ਉਹ ਵੀ ਕੋਈ ਡੋਰ ਡੱਗਾ ਵੇਚ ਕੇ ਵੇਚ ਦੇਣਾ ਕੇ ਹੈ। ਦੇਣਾ। ਤੇ ਕਿਸਾਨ ਦੋਸਤੋ ਆਏ ਸਾਡੇ ਪਾਸੇ ਸੂਰਤ ਹਾਲ ਜੇ ਤੇ ਤੁਸੀਂ ਜਨਾਬ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਨੇ ਉਹ ਲਾਜ਼ਮੀ ਜਨਾਬ ਆਪਦੇ ਖਰਚੇ ਜੀ। ਜਿੰਨੇ ਆਪਣੇ ਖਰਚੇ ਆਉਂਦੇ ਪਏ ਨੇ ਫੀ ਕਿੱਲੇ ਦੇ ਹਿਸਾਬ ਨਾਲ ਕਿੰਨੀ ਆਮਦਨ ਹੁੰਦੀ ਪਈ ਹੈ ਉਹ ਜਨਾਬ ਕਮ ਸੇ ਕਮ ਸੋਸ਼ਲ ਮੀਡੀਆ ਤੇ ਆਪਣਾ ਇਤਜਾਜ ਰਿਕਾਰਡ ਕਰਾਓ ਤਾਂ ਕਿ ਹਕੂਮਤ ਦੀਆਂ ਵੀ ਅੱਖਾਂ ਖੁੱਲ ਜਾਵਣ। ਹਾਲਾਂਕਿ ਅਸੈਂਬਲੀਆਂ ਵਿੱਚ ਜ਼ਮੀਂਦਾਰ ਹੀ ਬੈਠੇ ਹੈਗੇ ਨੇ, ਪਤਾ ਨਹੀਂ ਉਹ ਕਿਸਾਨਾਂ ਦੀ ਆਵਾਜ਼ ਕਿਉਂ ਨਹੀਂ ਮੰਨਦੇ। ਤੇ ਜਿੰਨੀ ਦੇਰ ਕਿਸਾਨ ਖੁਸ਼ਹਾਲ ਨਹੀਂ ਹੋਵੇਗਾ ਉਨੀ ਦੇਰ ਮੇਰਾ ਨਹੀਂ ਖਿਆਲ ਵੀ ਮੁਲਕ ਖੁਸ਼ਹਾਲ ਹੋਵੇਗਾ। ਕੁਛ ਵੀ ਨਹੀਂ ਹੋਣਾ। ਕੁਝ ਵੀ ਨਹੀਂ ਹੋਣਾ। ਗੱਲ ਤਾਂ ਸ਼ਹਿਰਾਂ ਕੇ ਵਾਸਤੇ ਬੈਠੇ ਨੇ ਕਿਸਾਨਾਂ ਵਾਸਤੇ। ਕਿਸਾਨਾਂ ਕੋ ਕੁਛ ਹੈ ਹੋਈ ਤਾਂ ਸ਼ਹਿਰ ਜਾਵਾਂਗੇ ਤੇ ਇਹ ਕਿਸਾਨਾਂ ਕੋ ਸ਼ੈ ਹੀ ਨਾ ਹੋਈ ਤਾਂ ਸ਼ਹਿਰ ਜਾ ਤੋਂ ਖਰੀਦ ਸਾਂ ਕੀ ਖਰੀਦ ਸਨ ਕੀ ਹਾਂਜੀ। ਜੀ ਠੀਕ ਹੋ ਗਿਆ। ਤੇ ਇਨਸ਼ਾਅੱਲਾ ਤਾਲਾ ਆਪਣੀ ਆਵਾਜ਼ ਹੀ ਪਹੁੰਚੇਗੀ ਇਨਸ਼ਾਅੱਲਾ ਤਾਲਾ ਹੁਕੂਮਤ ਤੱਕ ਤੇ ਉਹ ਫਿਰ ਹੁਕੂਮਤ ਦੀ ਮਰਜ਼ੀ ਹੈ ਹਾਂਜੀ। ਕੋਈ ਨੋਟਿਸ ਲਵੇ ਜਾਂ ਨਾ ਲਵੇ, ਨਾ ਲਵੇ, ਲੇਕਿਨ ਉਹਦਾ ਫੇਲ ਆਪਣੀ ਕੋਸ਼ਿਸ਼ ਹੈ ਆਵਾਜ਼ ਉਠਾਉਣਾ। ਸਹੀ। ਤੇ ਆਓ ਹੁਣ ਤੁਹਾਨੂੰ ਜਨਾਬ ਵਿਖਾਈਏ ਜਨਾਬ ਮੈਸੀ 240 ਦੀ ਪਰਫਾਰਮੈਂਸ। ਪਹਿਲਾ ਫੇਰਾ ਔਖਾ ਸੀ ਤੇ ਹੁਣ ਜਨਾਬ ਦੂਜਾ ਫੇਰਾ ਜਿਹੜਾ ਹੈ ਬਹੁਤ ਸੋਹਣਾ ਆਉਂਦਾ ਪਿਆ ਹੈ ਤੇ ਮਾਸ਼ਾਅੱਲਾ ਸਪੀਡਾਂ ਮਾਰੀਆਂ। ਤੇ ਹੁਣ ਮੈਂ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਸਫਰ ਬੱਟੂ। ਅੱਲਾਹ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।